ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਬਨਾਉ ਬਾਹੁਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਧੋਂ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਧੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ।
ਵਾਹਿਗੁਰੂ ਜੀ। ਲਾਪੁਰ ਪ੍ਰਵਿਸ਼ਨ ਮਤ ਹੈ ਮੇਰੋ, ਜਾਣ ਨ ਦੇ ਜੇ ਲਸਕਰ ਨੇ ਹੋ। ਇਹ ਮਦਦ ਅਬ ਰਾਵਰ ਕੀਜੈ, ਚੰਮੂ ਸਗਲ ਅਟਕਾਏ ਸੋ ਦੀਜੈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਵੇਂ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲਾਪੁਰ ਮੈਂ ਚਾਹਤ ਬਰਿਓ, ਲਸਕਰ ਆਣ ਨੇਰ ਬੜ ਕਰਿਓ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਦਾਰਾ ਸਿੱਖੂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਦਾਰਾ ਸਿੱਖੂ ਕੇਵਲ ਤੇ ਇੱਕ ਕੇਵਲ ਪਰਮੇਸ਼ਰ ਦਾ ਨਾਮ ਹੈ, ਜਿੰਦੇ ਵਿੱਚ ਜੁੜ ਕੇ ਨਿਜ ਸਰੂਪ ਦੀ ਪਹਿਚਾਣ ਹੁੰਦੀ ਹੈ, ਜਿੰਦੇ ਵਿੱਚ ਜੁੜ ਕੇ ਬ੍ਰਹਮ ਦੇ ਨਾਲ ਲੀਨ ਹੋਈਦਾ। ਤੇ ਇਹ ਜਿਹੜਾ ਨਾਮ ਹੈ ਫਿਰ ਕੱਲਿਆਂ ਕੱਲਿਆਂ ਨਹੀਂ, ਇਹ ਸਤ ਸੰਗਤ ਦੇ ਵਿੱਚ ਮਿਲ ਕੇ ਮਿਲਦਾ ਹੈ। ਇਹ ਨਾਮ ਗੁਰੂ ਤੋਂ ਬਿਨਾਂ ਕਿਤੋਂ ਹੋਰ ਲੱਭਦਾ ਨਹੀਂ। ਔਰ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਫਿਰ ਬਚਨ ਕੀਤੇ ਕਿ ਦਾਰਾ ਸਿੱਖੋ ਤੂੰ ਬਾਦਸ਼ਾਹ ਹੈ, ਸੂਰਬੀਰ ਯੋਧਾ ਹੈ। ਹਾਰ ਹੋ ਜਾਣਾ ਕੁਛ ਗੱਲ ਹੋਰ ਹੈ, ਹਾਰ ਹੋ ਗਈ ਤੇ ਕੋਈ ਗੱਲ ਨਹੀਂ। ਤੂੰ ਆਪਣੀ ਸੈਨਾ ਹੋਰ ਇਕੱਠੀ ਕਰ, ਰਾਜਿਆਂ ਨੂੰ ਮਿਲ, ਆਪਣੀ ਤਾਕਤ ਵਧਾ। ਜੇ ਕੋਈ ਹਮਲਾ ਕਰੇ ਤੇ ਉਹਦਾ ਕੋਈ ਟਾਕਰਾ ਕਰੀ, ਕਿਉਂਕਿ ਹਾਰ ਹੋ ਜਾਣੀ ਕੁਝ ਹੋਰ ਹੈ, ਪਰ ਹਾਰ ਮੰਨ ਲੈਣੀ ਕੁਝ ਹੋਰ ਹੈ। ਕਿ ਭਾਵੇਂ ਤੈਨੂੰ ਤਖਤ ਦੀ ਲੋੜ ਨਹੀਂ, ਭਾਵੇਂ ਤੂੰ ਰਾਜ ਕਰਨਾ ਹੀ ਨਹੀਂ ਚਾਹੁੰਦਾ, ਪਰ ਹੁਣ ਜਿਹੜੇ ਔਰੰਗਜ਼ੇਬ ਨੇ ਬੰਦੇ ਪਿੱਛੇ ਲਸ਼ਕਰ ਲਾਈ ਹੈ, ਇਹ ਤੇਰੇ ਤੇ ਚੜ੍ਹਾਈ ਕਰਕੇ ਆਏਗਾ ਤੇ ਹੈ ਹੀ। ਜੇ ਆ ਜਾਵੇ ਤਾਂ ਅੱਗੋਂ ਮੁਕਾਬਲਾ ਕਰੀ। ਔਰ ਸਤਿਗੁਰੂ ਕਹਿੰਦੇ ਨੇ ਸਾਡੀ ਇਸ ਤਰ੍ਹਾਂ ਦੀ ਸਲਾਹ ਹੈ ਕਿ ਮਰਜ਼ੀ ਤੇਰੀ ਹੈ ਕਿ ਤੂੰ ਫੌਜ ਰੱਖਣੀ ਹੈ ਜਾਂ ਨਹੀਂ। ਇਹਨੇ ਨੂੰ ਦੂਤ ਨੇ ਆ ਕੇ ਸਮਾਚਾਰ ਦਿੱਤਾ ਹੈ ਦਾਰਾ ਸਿੱਖੂ ਨੂੰ ਕਿ ਔਰੰਗਜ਼ੇਬ ਦੀ ਫੌਜ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੋ ਮਾਰ ਕਰਦੇ ਹੋਏ ਪਹੁੰਚ ਰਹੀ ਹੈ ਤੇ ਬਹੁਤੇ ਦੂਰ ਨਹੀਂ, ਬਸ ਇਹ ਸਮਝੋ ਕਿ ਗੋਬਿੰਦਵਾਲ ਸਾਹਿਬ ਦੇ ਇਸ ਬਿਆਸ ਦਰਿਆ ਦੇ ਨੇੜੇ ਪਹੁੰਚੀ ਸਮਝੋ। ਹੁਣ ਦਾਰਾ ਸਿੱਖੂ ਅੱਗੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ ਹੈ ਕਿ ਮੈਂ ਲਾਉਪੁਰ ਮੈਂ ਚਾਹਤ ਬਰਿਓ, ਲਸ਼ਕਰ ਆਣ ਨੇਰ ਬੜ ਕਰਿਓ। ਸਤਿਗੁਰੂ ਜੀ ਜੰਗ ਯੁੱਧ ਤੇ ਮੈਂ ਨਹੀਂ ਕਰਨਾ, ਰਾਜ ਤਖਤ ਦੀ ਲੋੜ ਨਹੀਂ, ਪਰ ਹੁਣ ਮੈਂ ਚਾਹੁੰਦਾ ਕਿ ਮੈਂ ਲਾਹੌਰ ਦੇ ਵਿੱਚ ਇੱਕ ਲਾਹੌਰ ਤੱਕ ਪਹੁੰਚ ਜਾਵਾਂ, ਲਾਹੌਰ ਦੇ ਕਿਲੇ ਤੱਕ, ਕਿਉਂਕਿ ਵੱਡਾ ਲਸ਼ਕਰ ਪਿੱਛੇ ਆ ਰਿਹਾ। ਇਹ ਖਬਰ ਤੁਸੀਂ ਵੀ ਸੁਣ ਲਈ। ਜੇ ਪੁਰ ਵਹਿਰ ਪਲਾਇਤ ਜਾਵੋਂ, ਨਹਿ ਮਿਲ ਹੈ ਇਹ ਦੂਰ ਸਿਧਾਵੋਂ। ਕਿ ਜੇ ਮੈਂ ਛੇਤੀ ਦੇ ਨਾਲ ਦੌੜ ਕੇ ਸ਼ਹਿਰ ਤੋਂ ਬਾਹਰ ਚਲਾ ਜਾਵਾਂ ਤਾਂ ਮੈਂ ਇੰਨਾ ਨਹੀਂ ਮਿਲ ਸਕਾਂਗਾ ਤੇ ਇੰਨੀ ਦੂਰ ਕਿਤੇ ਨਾ ਜਾ ਸਕਾਂ, ਕਿਤੇ ਨਾ ਹੋਵੇ ਕਿ ਫੌਜ ਪਿੱਛੋਂ ਆ ਜੇ। ਤੇ ਸਤਿਗੁਰੂ ਜੀ ਹੁਣ ਮੇਰੇ ਮਦਦਗਾਰ ਹੋਇਓ। ਲਾਉਪੁਰ ਪ੍ਰਵਿਸ਼ਨ ਮਤ ਹੈ ਮੇਰੋ, ਜਾਣ ਨ ਦੇ ਜੇ ਲਸ਼ਕਰ ਨੇਰੋ। ਮੈਂ ਤੇ ਲਾਹੌਰ ਦੇ ਵਿੱਚ, ਲਾਹੌਰ ਦੇ ਕਿਲੇ ਵਿੱਚ ਜਾ ਕੇ ਪ੍ਰਵੇਸ਼ ਕਰਨਾ ਚਾਹੁੰਦਾ, ਪਰ ਜੇ ਲਸ਼ਕਰ ਨੇੜੇ ਆ ਗਿਆ ਹੈ, ਫੌਜਾਂ ਪਿੱਛੇ ਆ ਗਈਆਂ, ਇਹਨਾਂ ਲਾਹੌਰ ਤੱਕ ਜਾਣ ਹੀ ਨਹੀਂ ਦੇਣਾ। ਇਤੀ ਮਦਦ ਅਬ ਰਾਵਰ ਕੀਜੈ, ਚੰਮੂ ਸਕਲ ਅਟਕਾਏ ਸੋ ਦੀਜੈ।
ਦਾਰਾ ਛਕੋ, ਕਹਿੰਦਾ ਸਤਿਗੁਰੂ ਜੀ ਹੁਣ ਇਸ ਵੇਲੇ ਤੇ ਮੇਰੀ ਇੰਨੀ ਮਦਦ ਕਰੋ ਕਿ ਔਰੰਗਜ਼ੇਬ ਦਾ ਲਸ਼ਕਰ ਫੌਜ ਆਉਂਦੀ ਹੈ, ਉਸ ਫੌਜ ਨੂੰ ਜੇ ਕੁਝ ਸਮਾਂ ਤੁਹਾਡੀ ਫੌਜ ਰੋਕ ਲਵੇ, ਉਸ ਫੌਜ ਨੂੰ ਤੁਸੀਂ ਰੋਕ ਲਵੋ ਕਿ ਮੈਂ ਲਾਹੌਰ ਤੱਕ ਪਹੁੰਚ ਜਾਵਾਂ। ਜਥਾ ਫਰਕ ਮਜਸੋ ਪਰ ਜਾਏ, ਤੈਸੇ ਆਪ ਰੱਖੋ ਅਟਕਾਏ। ਬਸ ਉਨੀ ਕੁ ਦੇਰ ਰੋਕ ਕੇ ਰੱਖੋ ਕਿ ਮੇਰਾ ਇਸ ਫੌਜ ਨਾਲ ਫਾਸਲਾ ਜਿਹੜਾ ਫਰਕ ਪੈ ਜਾਏ ਕਿ ਜੇ ਬਾਅਦ ਵਿੱਚ ਪਿੱਛੋਂ ਆਉਣ ਉਦੋਂ ਪਹਿਲਾਂ ਮੈਂ ਲਾਹੌਰ ਵਿੱਚ ਪਹੁੰਚ ਜਾਵਾਂ। ਸੁਣ ਸੰਮਤ ਕੋ ਸਤਿਗੁਰੂ ਕਹਿਓ, ਕੁੱਤੋ ਤਰਾਸ ਤੁਮ ਏਤੇ ਲਹਿਓ। ਹੁਣ ਦਾਰਾ ਛਕੋ ਦੀ ਇਹ ਰਾਏ ਸੁਣ ਕੇ, ਇੱਛਾ ਸੁਣ ਕੇ ਸਤਿਗੁਰੂ ਕਹਿੰਦੇ ਨੇ ਦਾਰਾ ਛਕੋ ਕਿ ਤੂੰ ਇੰਨਾ ਡਰਿਆ ਕਿਉਂ ਹੋਇਆ, ਡਰ ਕਿਉਂ ਮੰਨ ਲਿਆ? ਕਿਉਂਕਿ ਰਾਜ ਦੀ ਲੋੜ ਨਹੀਂ, ਤਖਤ ਦੀ ਲੋੜ ਨਹੀਂ, ਮਰਨਾ ਮਰਾਉਣਾ ਵੀ ਤਾਂ ਖੁਦਾ ਦੇ ਹੱਥ ਹੈ। ਇੰਨਾ ਡਰਿਆ ਕਿਉਂ ਹੈ? यहाँ ठहर हम लरे अगारी, हमरे तोप तुपक सब ਤਿਆਰੀ। ਸਤਿਗੁਰੂ ਕਹਿੰਦੇ ਦਾਰਾ ਛਕੋ, ਤੈਨੂੰ ਭੱਜਣ ਦੀ ਲੋੜ ਨਹੀਂ, ਤੂੰ ਇੱਥੇ ਸਾਡੇ ਕੋਲ ਰੁਕ। ਔਰੰਗਜ਼ੇਬ ਦੀਆਂ ਫੌਜਾਂ ਹੁੰਦੀਆਂ ਤਾਂ ਕਿ ਆਪਾਂ ਅੱਗੇ ਹੋ ਕੇ ਲੜਾਂਗੇ, ਅਸੀਂ ਤੇਰੀ ਮਦਦ ਕਰਾਂਗੇ। ਤੋਪਾਂ ਸਾਡੇ ਕੋਲ ਵੀ ਨੇ, ਸਿੱਖ ਸੂਰਮੇ ਜ਼ਿਆਦਾ ਨਹੀਂ ਤੇ 2200 ਤੇ ਸਾਡੇ ਕੋਲ ਵੀ ਨੇ ਨਾ। ਔਰ ਦਾਰਾ ਛਕੋ, ਕੋਈ ਬਹੁਤਾ ਸਮਾਂ ਨਹੀਂ ਹੋਇਆ, ਧੰਨ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ 1500 ਫੌਜਾਂ ਸਨ ਕਿ ਕਰਤਾਰਪੁਰ ਦੇ ਵਿੱਚ 1 ਲੱਖ ਫੌਜ ਆਈ ਸੀ ਚੜ੍ਹਾਈ ਕਰਕੇ, ਸਾਰੀ ਦਾ ਸਾਰੀ ਖਾਤਮਾ 1500 ਸਿੱਖਾਂ ਨੇ ਕਰ ਦਿੱਤਾ ਸੀ। ਸਾਡੇ ਕੋਲ ਤੇ ਫਿਰ 2200 5000 ਤੇਰੇ ਕੋਲ, ਤੂੰ ਡਰਿਆ ਕਿਉਂ ਹੈ? ਤੂੰ ਇੱਥੇ ਰੁਕ, ਫੌਜ ਆਏਗੀ, ਮੁਕਾਬਲਾ ਕਰਾਂਗੇ। ਲੋਕ ਪਰਲੋਕ ਤਖਤ ਚਾਹੇ ਜੋਈ, ਹਮ ਸਮਰੱਥ ਜਾਚੋ ਦੇ ਸੋਏ। ਸਤਿਗੁਰੂ ਜੀ ਕਹਿੰਦੇ ਨੇ ਦਾਰਾ ਛਕੋ, ਨਾ ਡਰਨ ਦੀ ਲੋੜ ਹੈ, ਨਾ ਭੱਜਣ ਦੀ ਲੋੜ ਹੈ। ਤੂੰ ਦੱਸ, ਤੈਨੂੰ ਲੋਕ ਦਾ ਤਖਤ ਚਾਹੀਦਾ, ਬਾਦਸ਼ਾਹ ਦਾ ਦਿੱਲੀ ਵਾਲਾ ਤਖਤ ਚਾਹੀਦਾ, ਉਹ ਵੀ ਮਿਲ ਜਾਏਗਾ। ਤੇ ਜੇ ਪ੍ਰਲੋਕ ਦਾ ਤਖਤ ਚਾਹੀਦਾ, ਜਿਹੜੇ ਸਦਾ ਹੀ ਸੱਚ ਰਹਿਣਾ, ਜਿਹਦਾ ਸਦਾ ਹੀ ਕਦੇ ਨਾਸ ਨਹੀਂ ਹੋਣਾ, ਤੈਨੂੰ ਤਖਤ ਉਹ ਵੀ ਮਿਲ ਜਾਏਗਾ। ਰਣ ਕਰ ਦਿੱਲੇ ਤਖਤ ਦਵਾਵੈ, ਸਭ ਦੇਸਣ ਕੋ ਰਾਜ ਕਮਾਵੈ। ਲੋਕ ਦਾ ਤਖਤ ਚਾਹੀਦਾ ਤੇ ਅਸੀਂ ਜੰਗ ਕਰਕੇ ਤੈਨੂੰ ਦਿੱਲੀ ਦਾ ਤਖਤ ਦਵਾ ਸਕਾਂਗੇ। ਸਾਰਿਆਂ ਦੇ ਉੱਤੇ ਰਾਜ ਕਰ, ਤੂੰ ਸਾਡੇ ਤੇ ਭਰੋਸਾ ਕਰ, ਸਾਡੇ ਕੋਲ ਰੁਕ। ਨਤੁਰ ਦੇਨ ਕੋ ਹੈਵ ਪਤਸ਼ਾਹੂ, ਅਚਲ ਤਖਤ ਪ੍ਰਾਪਤ ਤੁਮ ਪਾਹੂ। ਨਹੀਂ ਤਾਂ ਧਰਮ ਦੇ ਬਾਦਸ਼ਾਹ ਜਿਹੜੇ ਨੇ, ਧਰਮੀ ਬਾਦਸ਼ਾਹ ਹੋ ਕੇ ਤੇਰੇ ਕੋਲ ਅਚਲ ਤਖਤ ਹੈ, ਜਿਹੜਾ ਗੁਰੂ ਦੀ ਕਿਰਪਾ ਨਾਲ ਤੈਨੂੰ ਮਿਲ ਚੁੱਕਿਆ ਹੈ, ਜਿਹੜਾ ਕਦੇ ਨਾਸ ਨਹੀਂ ਹੋਣਾ। ਇਹ ਅਚਲ ਤਖਤ ਦੇ ਸੱਚੇ ਤਖਤ ਦੀ ਪ੍ਰਾਪਤੀ ਹੋ ਜਾਏਗੀ। ਸ੍ਰੀ ਗੁਰੂ ਤੁਮ ਤੇ ਜਗ ਪਛਾਹਤ, ਕੋ ਦਿਨ ਕੇ ਕੂਰੇ ਨਹਿ ਚਾਹਤ। ਇਹ ਸੁਣ ਕੇ ਹੁਣ ਦਾਰਾ ਛਕੋ ਕਹਿੰਦਾ ਹੈ ਕਿ ਸਤਿਗੁਰੂ ਜੀ ਮੈਨੂੰ ਸੰਸਾਰ ਦੇ ਤਖਤ ਦੀ ਤੇ ਇੱਛਾ ਹੀ ਨਹੀਂ, ਲੋੜ ਹੀ ਨਹੀਂ। ਕਿਉਂਕਿ ਆਪ ਜੀ ਦੀ ਬਾਣੀ ਦੇ ਵਿੱਚ ਵੀ ਬਚਨ ਨੇ ਕਿ ਇਹ ਭੂਪਤ ਸਭ ਦਿਵਸ ਚਾਰ ਕੇ ਕਰਤੇ ਝੂਠ ਨਿਵਾਜਾ। ਤੇ ਜਿਹੜਾ ਹੈ ਹੀ ਝੂਠ, ਜਿਹੜਾ ਰਹਿਣਾ ਹੀ ਨਹੀਂ, ਫਿਰ ਉਹਦੇ ਵਾਸਤੇ ਲੜਨਾ ਲੜਾਉਣਾ ਤੇ ਮਰਨਾ ਮਰਾਉਣਾ ਕਿਉਂ ਹੈ? ਇਹ ਝੂਠਾ ਤਖਤ ਤੇ ਮੈਨੂੰ ਚਾਹੀਦੇ ਨਹੀਂ, ਇਹਦੀ ਤੇ ਲੋੜ ਹੀ ਨਹੀਂ। ਬਣੋ ਸਹਾਇਕ ਵਿੱਚ ਪਰਲੋਕ, ਨਿਤ ਆਨੰਦ ਚਾਹੇ ਹੋਏ ਨਾ ਸ਼ੋਕ। ਸਤਿਗੁਰੂ ਜੀ ਮੇਰੀ ਤੇ ਇਹੋ ਇੱਛਾ ਕਿ ਮੇਰੇ ਤੁਸੀਂ ਪਰਲੋਕ ਦੇ ਵਿੱਚ ਸਹਾਇਕ ਹੋਇਓ। ਬਸ ਉੱਥੇ ਮੈਨੂੰ ਥਾਂ ਦੇ ਦਿਓ ਜਿੱਥੇ ਸਦਾ ਹੀ ਆਨੰਦ ਹੈ, ਜਿਹੜਾ ਤੱਕ ਤੁਸੀਂ ਕਹਿੰਦੇ ਹੋ ਸਦਾ ਹੀ ਰਹਿਣਾ ਹੈ। ਇੱਥੋਂ ਦੇ ਤਖਤ ਦੀ ਲੋੜ ਨਹੀਂ, ਪਰ ਇੱਥੇ ਤੁਸੀਂ ਇੰਨੀ ਕੋਈ ਮਦਦ ਕਰਿਓ ਕਿ ਫੌਜ ਨੂੰ ਰੋਕ ਕੇ ਰੱਖਿਓ। ਕਰਿਓ ਪਦਰ ਕੋ ਮੈਂ ਇਹ ਮਾਨਾ, ਕਹਿਓ ਪਦਰ ਕੋ ਮੈਂ ਇਹ ਮਾਨਾ। ਹਰਕ ਸੋਗ ਜਿਸ ਵਿਖੇ ਮਹਾਨਾ। ਸਤਿਗੁਰੂ ਜੀ ਦਿੱਲੀ ਦੇ ਤਖਤ ਵਾਲੀ ਗੱਲ ਤੇ ਆਪਣੇ ਪਿਤਾ ਦੇ ਕਹਿਣ ਕਰਕੇ ਮੈਂ ਮੰਨ ਲਈ। ਜਿਹੜੀ ਲੜਾਈ ਕੀਤੀ ਵੀ ਪਿਤਾ ਦੇ ਕਹਿਣ ਕਰਕੇ ਕੀਤੀ। ਇਹ ਹਰਕ ਸੋਗ ਦੇ ਵਿੱਚ ਬੜੇ ਨੇ, ਦੇ ਵਿੱਚ ਤੇ ਝਮੇਲੇ ਬੜੇ ਨੇ। ਕੁਛ ਮੇਰੇ ਨਾਹਿਨ ਅਬਿਲਾਖਾ, ਸਿਰੇ ਹਰ ਰਾਏ ਬਹੁਰ ਬਚ ਭਾਖਾ। ਸਤਿਗੁਰੂ ਜੀ ਸੱਚੀ ਗੱਲ ਇਹ ਹੈ ਕਿ ਦਿੱਲੀ ਦੇ ਤਖਤ, ਦਿੱਲੀ 'ਤੇ ਰਾਜ ਕਰਨ ਦੀ ਮੇਰੀ ਕੋਈ ਇੱਛਾ ਹੀ ਨਹੀਂ। ਉਹ ਇੱਛਾ ਮੇਰੀ ਮਾਰੀ ਗਈ ਹੈ। ਇਹ ਸੁਣ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਬਚਨ ਕਹੇ,
तख्त देन को तुमरे भाग, सदा आफरे तह लिव लाग। सतगुरु कहते ने कि दारा शिको कि तेनू ये झूठा तख्त नहीं चाहिए, क्योंकि तेरे भागां विच दीन का तख्त है, धर्म का तख्त है। तेरे भागां विच वो तख्त है जिन्हें सदा ही तेरी लिव परमात्मा नाल जोड़ के रखनी है। अब तो गमनो होए सबदाना, हम लश्कर अटकाए महाना। सतगुरु कहते ने दारा शिको जे तेरी यही इच्छा है, परलोक विच असीं तेरे मददगार होवांगे। जे तख्त नहीं लैना, लड़ाइयां नहीं करनियां, तो फिर तू चल, तू लाहौर पहुँच, उदों तक फौज नूं असीं रोक के रखांगे। सुनत बंदगे कर जब गयो, पंच सहस्र सुपटन संग लयो। सतगुरु जी दे ये बचन सुन के दारा शिकोह ने उस वेले बंदगी तो भावे नमस्कार की, तैयारी कर ली, अपनी 5000 फौज लैके उत्थों गोविंदवाल साहब तो लाहौर नूं कूच कर दिता। 9 रंग को लश्कर तब आयव, तोप जंबूरन को गन लायव। बस दारा शिकोह इत्थों निकलिया ही थोड़ी देर बाद औरंगजेब का लश्कर जिहड़ा सी वड्डियां फौजां, वड्डियां छोटियां तोपां लैके ब्यास दरिया के कंढे ते पहुँच गया। तीर सकेलन सकल कराए, तरी सकेलन सकल कराए। सावधान है वो श्री हर राय। पर दरिया के कंढे ते पहुँचण तो पहलों धन गुरु हर राय साहब जी ने कई किलोमीटर तक जिहड़े पिंड सन, उत्थों दे जिन्नियां तरीदार हुंदा बेड़ियां, जिन्नियां बेड़ियां ते मलाह सन, उन्हां सारे नूं अपने कोल बुला लिया है कि जे दूसरे पासों फौज आवे भी तो इन्हां बेड़ियां ते बह के पार ना हो जाए। आप सतगुरु जी ने 2200 घोड़सवार जेड़ सन सुचेत कर दिते। निज तल सकल तोप बल भरे, तीर बबासा सड़मुख करे। अपनी सैना नूं गुरु साहब जी ने हुक्म दे दिता कि अपने कोल जिहड़ियां छोटियां मोटियां तोपां ने, क्योंकि बहुतियां वड्डियां तो है नहीं सन, जिहड़ियां भी तोपां ने वो लाओ, दरिया के कंढे ते लिया के बीड़ दिओ। ऐन पूरी सावधानी करो, जे जंग करना पिया तो पूरे तैयार रहो। एक द्वै सलक सगल करवाई, धुणते अवनी नब गज गरजाई। जदों तोपां आ गईयां, गुरु के जेड़े सैनिक ने वो आके तैयार बर तैयार हो गए, पैरिਆਂ ते खलो गए। तो गुरु साहब जी कहते ना भाई तोप चला के तो वेख लो, क्योंकि कई महीने की कई साल हो गए ने कदे चलाई भी नहीं। फौज आवे उदों पहलों चला के तो वेख लो चलते भी है कि नहीं। कहते 1-2 सलख सकल करवाई, जिन्नियां तोपां सन 1-1 2-2 गोले उन्हां सारिਆਂ ਦੇ ਵਿੱਚੋਂ चला के देखे। और तोप चलती होवे फिर धरती गरजदी है, दूर तक धरती कंबदी आवाज़ भी आती है। धूम उड्यो अंधेरा पयो, जन सावण को कन उमड़ियो। और जिहड़ियां तोपां सन जदों 1-1 2-2 गोले इन्हां दे विचों चलाए गए, उहदे नाल एक धरती तो धूड़ इन्नी उड्डी, धरती कंब उठी। धरती का जिहड़ा धुआं है मिट्टी कट्टा आसमान तक इवें उत्ते तक चला गया जिवें काली घटा बदलों की छागी होवे। नदी तेर पार कर विस्तारो, खरो करो अपनो दल भारो। नदी किनारे ते मोर्चे ला दिते गए, अपना वड्डा जिहड़ा दल 2200 सूरमियां दा दल सी वो सारा उत्थे सावधान कर दिता, खड़ा कर दिता। जरे बादला बृंद निशान, बेच चमू के दमक बहान। बहुत सारिया सोने चांदी दियां तारां नाल बनया होया सोहना कपड़े वाला निशान सब वड्डा जिन्हों झंडा कहा जाता सी वो निशान सब उत्थे गढ़ दिता है। बहुत से तुंदकार ते ऐसे घोरत कटा कोख बड़ जैसे। सतगुरु कहते हैं भाई सिखो हुण नगारा जिहड़ा रुकना नहीं चाहिए, नगारा वजाओ तो वजाउंदे रहो, क्योंकि अगों नौरंगे दे जिहड़ी सैना आउणी उहनूं पता तो लगे कि अगे भी कोई सैना है। नौरंग को लश्कर जब आवा, जान्यो दारश को थिरावा।
ਇਹਨੇ ਨੂੰ ਕਹਿੰਦੇ ਔਰੰਗਜ਼ੇਬ ਦੀ ਨੌਰੰਗੇ ਦੀ ਜਦੋਂ ਫੌਜ ਆਈ, ਉਹਨੇ ਇਹ ਨਗਾਰੇ ਸੁਣ ਕੇ ਸਮਝ ਲਿਆ ਕਿ ਦਾਰਾ ਸ਼ਿਕੋਹ ਇੱਥੇ ਰੁਕਿਆ ਹੋਇਆ ਹੈ। ਇਹ ਨਗਾਰੇ ਸ਼ਾਇਦ ਦਾਰਾ ਸ਼ਿਕੋਹ ਦੀ ਜਿਹੜੀ ਫੌਜ ਹੈ ਉਹ ਵਜਾ ਰਹੀ ਹੈ। ਨਹੀਂ ਪਾਰਖਾ ਤਿਨ ਤੇ ਹੋਏ, ਟਿਕੇ ਤਹਾਂ ਨਹਿ ਗਮਣੇ ਸੋਏ। ਕਿਉਂਕਿ ਦੂਰੋਂ ਉਹਨਾਂ ਨੂੰ ਪਛਾਣ ਨਹੀਂ ਹੋਈ, ਬਸ ਅੰਦਾਜ਼ਾ ਲਾ ਲਿਆ ਕਿ ਦਾਰਾ ਸ਼ਿਕੋਹ ਇੱਥੇ ਹੈ। ਫਿਰ ਉਹ ਅੱਗੇ ਨਹੀਂ ਆਏ, ਉੱਥੇ ਰੁਕ ਗਏ ਕਿ ਪਿੱਛੋਂ ਹੋਰ ਦਲ ਆ ਜਾਵੇ। ਫਿਰ ਰਣ ਦੀ ਜਿਹੜੀ ਨੀਤੀ ਹੁੰਦੀ ਉਹ ਨੀਤੀ ਕੱਢ ਕੇ ਫਿਰ ਅੱਗੇ ਜਾਣਾ ਹੈ ਕਿ ਨਹੀਂ ਜਾਣਾ, ਜੇ ਜਾਣਾ ਤਾਂ ਕਿਵੇਂ ਜਾਣਾ ਹੈ, ਇਹ ਸਲਾਹ ਕਰਕੇ ਜਾਵਾਂਗੇ। ਉੱਥੇ ਜਿੱਥੋਂ ਤੱਕ ਆਵਾਜ਼ ਜਾਂਦੀ ਸੀ ਉੱਥੇ ਰੁਕ ਗਏ। ਸੁਧ ਲੈਬੇ ਕੋ ਪਟ ਹਲਕਾਰੇ, ਤਰਸਲਤਾ ਕੇ ਉਤਰੇ ਪਾਰੇ। ਉਹਨਾਂ ਨੇ ਖਬਰ ਲੈਣ ਵਾਸਤੇ ਇੱਕ ਸੂਈਆ ਜਿਹੜਾ ਸੀ ਹਲਕਾਰਾ ਉਹ ਭੇਜਿਆ ਕਿ ਨਦੀ ਦੇ ਕਿਨਾਰੇ ਪਾਰ ਜਾ ਕੇ ਦੇਖ ਭਾਈ ਇਹ ਫੌਜਾਂ ਕਿੰਦੀਆਂ ਨੇ, ਜੇ ਦਾਰਾ ਸ਼ਿਕੋਹ ਦੀਆਂ ਨੇ ਤਾਂ ਕਿੰਨੀਆਂ ਕੁ ਫੌਜਾਂ ਨੇ। ਹੁਣ ਇਹ ਜਿਹੜਾ ਸੂਈਆ ਹੈ ਉਧਰੋਂ ਹਲਕਾਰਾ ਇਹ ਖਬਰ ਲੈਣ ਵਾਸਤੇ ਆਇਆ ਹੈ। ਜਾਏ ਤਹਾਂ ਦਲ ਗੁਰੂ ਨਿਹਾਰਾ, ਉਮੜਿਓ ਲੜਨ ਹੇਤ ਬਲ ਭਾਰਾ। ਕਿਉਂਕਿ ਭੇਸ ਵਟਾ ਕੇ ਆਏ, ਇਹਦੇ ਕੋਲ ਕੋਈ ਬਹੁਤੇ ਹਥਿਆਰ ਹਥੂਰ ਨਹੀਂ ਸਨ। ਇਹ ਬੇੜੇ 'ਤੇ ਬੈਠ ਕੇ ਜਾਂ ਕਿਸੇ ਤਰ੍ਹਾਂ ਦਰਿਆ ਤੋਂ ਪਾਰ ਵੀ ਆਇਆ, ਆ ਕੇ ਸਾਰੇ ਦਲ ਦਾ ਆ ਕੇ ਦਰਸ਼ਨ ਕੀਤਾ। ਇਹ ਤਾਂ ਗੁਰੂ ਦੀ ਫੌਜ ਹੈ। ਅੰਦਾਜ਼ਾ ਵੀ ਲਾਇਆ ਕਿ ਫੌਜ ਜਿਹੜੀ 2-2.5 ਹਜ਼ਾਰ ਹੋਏਗੀ। ਤੋਪਾਂ ਵੀ ਵੇਖ ਲਿਆ ਕਿ ਤੋਪਾਂ ਵੀ ਬੇੜੀਆਂ ਹੋਈਆਂ, ਤੇ ਇਹ ਤਾਂ ਜਿਵੇਂ ਪੂਰੀ ਤਰ੍ਹਾਂ ਲੜਨ ਵਾਸਤੇ ਤਿਆਰ ਨੇ। ਸਰਬ ਭੇਤ ਸੋ ਲੈ ਕਰ ਆਏ, ਦਾਰ ਸ਼ਿਕੋਹ ਗਇਓ ਅਗਵਾਏ। ਇਹ ਹਲਕਾਰਾ ਸੂਈਆ ਜਿਹੜਾ ਸਾਰਾ ਭੇਦ ਲੈ ਕੇ ਵਾਪਸ ਨੌਰੰਗੇ ਦੀਆਂ ਫੌਜਾਂ ਕੋਲ ਪਹੁੰਚਿਆ, ਤੇ ਜਾ ਕੇ ਕਹਿੰਦਾ ਵੀ ਦਾਰਾ ਸ਼ਿਕੋਹ ਦੇ ਇੱਥੇ ਕੋਈ ਨਹੀਂ, ਉਹ ਤਾਂ ਅੱਗੇ ਨਿਕਲ ਗਿਆ। ਇੱਥੇ ਦਾਰਾ ਸ਼ਿਕੋਹ ਨਹੀਂ, ਉਹ ਅੱਗੇ ਨਿਕਲ ਗਿਆ। ਇਹ ਤੋਂ ਗੁਰੂ ਕੇ ਚੰਮੂ ਖਰੀ ਹੈ, ਆਪਣੇ ਹਿਤ ਸਵਧਾਨ ਕਰੀ ਹੈ। ਹੁਣ ਇਹਨੇ ਦੂਤ ਨੇ ਜਾ ਕੇ ਦੱਸਿਆ ਤੇ ਗੁਰੂ ਸਾਹਿਬ ਦੀ, ਗੁਰੂ ਹਰਿਰਾਏ ਸਾਹਿਬ ਦੀ ਫੌਜ ਹੈ, ਤੇ ਉਹਨਾਂ ਨੇ ਤੇ ਆਪਣੇ ਲਈ ਇਹ ਸਾਵਧਾਨ ਕਰਕੇ ਖਿਲਾਰੀ। ਉਹਨਾਂ ਨੂੰ ਵੀ ਲੱਗਿਆ ਹੋਏਗਾ ਕੋਈ ਹਮਲਾ ਕਰਨ ਆਇਆ ਹੈ। ਉਹਨਾਂ ਨੇ ਆਪਣੇ ਬਚਾਅ ਵਾਸਤੇ ਇਹ ਫੌਜ ਅੱਗੇ ਰੱਖੀ ਹੈ। ਇਹ 2.5 ਹਜ਼ਾਰ ਦੀ ਫੌਜ ਗੁਰੂ ਹਰਿਰਾਏ ਸਾਹਿਬ ਜੀ ਦੀ ਹੈ। ਭੇਤ ਪਾਏ ਕਰ ਦੂਤ ਪਠਾਏ, ਸ੍ਰੀ ਹਰਿ ਰਾਏ ਨਿਕਟ ਸੋ ਆਏ। ਹੁਣ ਇਹ ਸਾਰਾ ਭੇਤ ਜਦੋਂ ਲੱਗ ਗਿਆ ਔਰੰਗਜ਼ੇਬ ਦੀ ਫੌਜਾਂ ਨੂੰ, ਜਿਹੜਾ ਉਹਨਾਂ ਦਾ ਮੰਤਰੀ ਹੈ, ਜਿਹੜਾ ਮੁਖੀ ਹੈ, ਸੈਨਾਪਤੀ, ਉਹਨੇ ਇੱਕ ਦੂਤ ਫਿਰ ਭੇਜਿਆ ਕਿ ਜਾ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਮਿਲੋ। ਕਰੇ ਬੰਦਨਾ ਅਰਜ ਗੁਜ਼ਾਰੇ, ਇਮਨ ਰੰਗ ਉਮਰਾਵ ਉਚਾਰੇ। ਹੁਣ ਦੂਤ ਜਿਹੜਾ ਦੂਜੀ ਵਾਰੀ ਆਇਆ, ਆ ਕੇ ਧੰਨ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਪਹਿਲੋਂ ਹੱਥ ਜੋੜ ਕੇ ਨਮਸਕਾਰ ਕੀਤੀ, ਤੇ ਫਿਰ ਨਮਸਕਾਰ ਕੇ ਕਹਿੰਦਾ ਹੈ ਕਿ ਸਤਿਗੁਰੂ ਔਰੰਗਜ਼ੇਬ ਦੇ ਵਜ਼ੀਰ ਨੇ ਮੈਨੂੰ ਇਸ ਤਰ੍ਹਾਂ ਕਹਿ ਕੇ ਭੇਜੇ ਕਿ ਤੁਮ ਕਿਉਂ ਲੜਨ ਹੇਤ ਭੇਖਰੇ, ਬਿਨ ਕਾਰਨ ਕਿਉਂ ਮਗਮੋ ਅਰੇ। ਕਿ ਤੁਸੀਂ ਲੜਨ ਵਾਸਤੇ ਫੌਜਾਂ ਅੱਗੇ ਕਿਉਂ ਖੜੀਆਂ ਕੀਤੀਆਂ ਨੇ, ਕਿਉਂਕਿ ਤੁਹਾਡੇ ਜਾਂ ਸਾਡੇ ਤੇ ਕੋਈ ਲੜਾਈ ਨਹੀਂ, ਤੇ ਤੁਸੀਂ ਰਾਹ ਦੇ ਵਿੱਚ ਫੌਜਾਂ ਕਿਉਂ ਖੜੀਆਂ ਕੀਤੀਆਂ ਨੇ। ਸੋ ਸਤਿਗੁਰ ਹਰਿ ਰਾਏ ਬਖਾਨਾ, ਆਪਣੇ ਹੇਤ ਹਮ ਹੈਵ ਸਵਧਾਨਾ। ਇਹ ਸੁਣ ਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੁਹਾਡੀਆਂ ਫੌਜਾਂ ਦਾ ਕਿਹੜਾ ਯਕੀਨ ਹੈ। ਲੈਣਾ ਦੇਣਾ ਤੇ ਪਹਿਲੋਂ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਨਹੀਂ ਸੀ। ਸਾਡੇ ਦਾਦੇ ਨੇ ਕਿਹੜਾ ਤੁਹਾਡੀ ਕੋਈ ਜ਼ਮੀਨ ਰੋਕੀ ਸੀ। 4 ਵਾਰੀ ਫੌਜਾਂ ਤੁਸੀਂ ਉੱਤੇ ਚਾੜ੍ਹ ਹੀ ਦਿੱਤੀਆਂ ਸਨ। ਅਸੀਂ ਤੇ ਆਪਣੇ ਲਈ, ਆਪਣੀ ਰੱਖਿਆ ਲਈ ਅੱਗੇ ਕੀਤੇ ਨੇ, ਕਿ ਆਏ ਨੇ ਕਿ ਕੀ ਪਤਾ ਕਾਹਦੇ ਲਈ ਆਏ ਨੇ। ਤੁਹਾਡੀ ਫੌਜ ਨੂੰ ਰੋਕਣ ਵਾਸਤੇ ਅੱਗੇ ਕੀਤੇ। ਪਾਤਸ਼ਾਹ ਮੈਂ ਰੌਰਾ ਹੈ, ਜਾਂ ਤੇ ਹਮ ਭਰੋਸ ਨਹਿ ਲਹੈ। ਸਤਿਗੁਰੂ ਕਹਿੰਦੇ ਨੇ ਤੁਹਾਡੇ ਤੇ ਬਾਦਸ਼ਾਹ ਦੇ ਪੁੱਤਰਾਂ ਦਾ ਆਪਸ ਵਿੱਚ ਹੀ ਰੌਲਾ ਇੰਨਾ ਹੈ, ਤੇ ਅਸੀਂ ਕਹਿੰਦੇ ਤੇ ਭਰੋਸਾ ਕਰੀਏ ਕਿ ਤੁਸੀਂ ਕਿਸੇ ਹੋਰ ਚੱਲਿਓ, ਕਿ ਸਾਡੇ ਤੇ ਚੜ੍ਹਾਈ ਕਰਕੇ ਆਏ ਹੋ। ਪ੍ਰਥਮ ਕੂਚ ਕਰ ਹਮ ਚਲ ਜਾਵੈ, ਪੁਣ ਪਾਛੇ ਕੋ ਉਤਰਨ ਪਾਵੈ। ਸਤਿਗੁਰੂ ਕਹਿੰਦੇ ਨੇ ਅਸੀਂ ਤੇ ਕੀਰਤਪੁਰ ਸਾਹਿਬ ਇੱਥੋਂ ਜਾਣਾ ਹੈ, ਤੇ ਸੁਣ ਲਵੋ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਤੁਹਾਨੂੰ ਰੋਕਦਾ ਕੋਈ ਨਹੀਂ, ਪਰ ਸ਼ਰਤ ਹੈ ਕਿ ਪਹਿਲੋਂ ਸਾਡੀਆਂ ਫੌਜਾਂ ਬੇੜੀ ਲੈ ਕੇ ਇਹ ਦਰਿਆ ਪਾਰ ਕਰਕੇ ਅੱਗੇ ਨੂੰ ਜਾਣਗੇ। ਜਦੋਂ ਅਸੀਂ ਕੀਰਤਪੁਰ ਸਾਹਿਬ ਨੂੰ ਇੱਥੋਂ ਨਿਕਲ ਜਾਵਾਂਗੇ ਫਿਰ ਤੁਹਾਡੀਆਂ ਫੌਜਾਂ ਬਾਅਦ ਵਿੱਚ ਨਿਕਲ, ਕਿਉਂਕਿ ਘਾਟ ਇੱਕ ਅੱਧਾ ਹੀ ਹੁੰਦਾ ਸੀ ਜਿੱਥੋਂ ਫੌਜਾਂ ਨੇ ਨਿਕਲਣਾ ਹੁੰਦਾ ਸੀ।
ਅਪਰ ਹਮਾਰੋ ਹੇਤ ਨ ਕੋਏ, ਮਗ ਮੈਂ ਮਿਲੇ ਨ ਸੈਨਾ ਦੋਈ। ਸਤਿਗੁਰ ਕਹਿੰਦੇ ਨੇ ਹੋਰ ਸਾਡਾ ਕੋਈ ਮਕਸਦ ਨਹੀਂ, ਅਸੀਂ ਇਹ ਚਾਹੁੰਦੇ ਕਿ ਰਾਹ ਦੇ ਵਿੱਚ ਸੈਨਾ ਆਪਸ ਵਿੱਚ ਕਿਤੇ ਭੁਲੇਖੇ ਨਾਲ ਹੀ ਨਾ ਲੜ ਪੈਣ। ਅਸੀਂ ਨਿਕਲ ਜਾਵਾਂਗੇ, ਤੁਸੀਂ ਆ ਜਾਇਓ। ਸੁਣਤ ਦੂਤ ਨੇ ਆਨ ਬਖਾਨਾ, ਹਿਤਕਾਰ ਇਨ ਪੀ ਲਿਓ ਮਾਨਾ। ਦੂਤ ਨੇ ਆ ਕੇ ਨੌਰੰਗੇ ਦੇ ਵਜ਼ੀਰ ਨੂੰ ਫਿਰ ਦੱਸਿਆ ਕਿ ਗੁਰੂ ਸਾਹਿਬ ਜੀ ਤੇ ਉਹਨਾਂ ਦਾ ਹੇਤ ਹੋਰ ਕੋਈ ਨਹੀਂ, ਆਪਣੀ ਰੱਖਿਆ ਵਾਸਤੇ ਫੌਜ ਇਕੱਠੀ ਕੀਤੀ, ਉਹ ਕੋਈ ਨਹੀਂ ਰੁਕਦੇ। ਉਹ ਕਹਿੰਦੇ ਨੇ ਕਿ ਅਸੀਂ ਕੀਰਤਪੁਰ ਸਾਹਿਬ ਜਾਣਾ, ਪਹਿਲੋਂ ਪਾਰ ਅਸੀਂ ਕਰਾਂਗੇ, ਰਸਤਾ ਲੰਘ ਜਾਵਾਂਗੇ, ਰਸਤਾ ਖਾਲੀ ਹੋ ਜਾਏਗਾ, ਫਿਰ ਤੁਸੀਂ ਲੰਘ ਜਾਇਓ। ਟਿਕੇ ਰਹੇ ਸਰਤਾ ਤੇ ਪਾਰ, ਸਤਿਗੁਰ ਭਏ ਬਹੁਰ ਅਸਵਾਰ। ਬਸ ਇਹ ਸੁਣ ਕੇ ਜਿਹੜੇ ਨੌਰੰਗੇ ਦੇ ਸੈਨਿਕ ਸਨ, ਸੈਨਾ ਸੀ ਸਾਰੀ ਨਦੀ ਤੋਂ ਪਾਰ ਹੋ ਰੁਕੀ ਰਹੀ। ਇੱਧਰ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਨੇ। ਸਣੇ ਸਣੇ ਕਰ ਕੂਚ ਪਿਆਨਾ, ਸਲਖ ਬੰਦੂਕਣ ਕਰਤ ਮਹਾਨਾ। ਕਿ ਕੁਝ ਵਿੱਚੋਂ ਸੈਨਿਕ ਜਿਹੜੇ ਬੰਦੂਕਾਂ ਵੀ ਚਲਾਉਂਦੇ ਨੇ, ਠਾ ਠਾ ਕਰਕੇ ਆਵਾਜ਼ ਵੀ ਆਉਂਦੀ, ਹੌਲੀ ਹੌਲੀ ਕਰਕੇ ਬੇੜੀਆਂ ਦੇ ਵਿੱਚ ਬੈਠ ਕੇ ਦਰਿਆ ਨੂੰ ਪਾਰ ਕੀਤਾ ਹੈ। ਇੱਕ ਦਿਨ ਲਸ਼ਕਰ ਕੋ ਅਟਕਾਵਾ, ਸਲਤਾ ਪਾਰ ਨਾ ਉਤਰਨ ਪਾਵਾ। ਕਿਉਂਕਿ ਇਸ ਤਰ੍ਹਾਂ ਹੌਲੀ ਹੌਲੀ ਬੇੜੀਆਂ ਦੇ ਨਾਲ ਪਾਰ ਹੋਣਾ ਸੀ। ਇੱਕ ਦਿਨ ਸਾਰਾ ਦਿਨ ਤੇ ਔਰੰਗਜ਼ੇਬ ਦੀ ਫੌਜ ਨੂੰ ਇਸ ਤਰ੍ਹਾਂ ਗੁਰੂ ਸਾਹਿਬ ਨੇ ਰੋਕ ਕੇ ਰੱਖਿਆ, ਉਹਨਾਂ ਨੂੰ ਪਾਰ ਨਹੀਂ ਹੋਣ ਦਿੱਤਾ। ਕੀਰਤਪੁਰ ਕੇ ਮਗ ਚਲੇ ਆਏ, ਪੁਣ ਨੌਕਾ ਤਿਆਗੀ ਸਮੁਦਾਏ। ਸਾਰੀ ਫੌਜ ਜਦੋਂ ਪਾਰ ਹੋ ਗਈ, ਦਰਿਆ ਤੋਂ ਪਾਰ ਆ ਕੇ ਡੇਰਾ ਕੀਤਾ, ਰਾਤ ਉੱਥੇ ਰੁਕੇ। ਅਗਲੇ ਦਿਨ ਜਦੋਂ ਸਵੇਰ ਹੋਈ ਤੇ ਕੀਰਤਪੁਰ ਸਾਹਿਬ ਦੇ ਰਸਤੇ ਨੂੰ ਪਏ, ਫਿਰ ਜਿਹੜੇ ਬੇੜੀਆਂ ਖਾਲੀ ਕੀਤੀਆਂ ਤੇ ਫਿਰ ਸਿਨੇਹਾ ਭੇਜ ਦਿੱਤਾ ਕਿ ਰਸਤਾ ਖਾਲੀ ਹੋਣਾ ਜੋ। ਦਿਵਸ ਆਗਲੇ ਉਤਰੇ ਪਾਰੇ, ਜੋ ਲਸ਼ਕਰ ਨੋ ਰੰਗ ਕੋ ਭਾਰੇ। ਇਸ ਤਰ੍ਹਾਂ ਔਰੰਗਜ਼ੇਬ ਦਾ ਜਿਹੜਾ ਵੱਡਾ ਦਲ ਸੀ, ਅਗਲੇ ਦਿਨ ਉਹ ਨਦੀ ਨੂੰ ਪਾਰ ਕਰਕੇ ਪਾਰਲੇ ਬੰਨੇ ਹੋਇਆ। ਦਾਰਸ਼ ਕੋ ਸੁਖੈਨ ਪਿਆਨਾ, ਲਸ਼ਕਰ ਆਪਣੋ ਕਰ ਸਵਦਾਨਾ। ਇਸ ਤਰ੍ਹਾਂ ਦਾਰਸ ਕੋ ਵੀ ਜਿਹੜਾ ਸੌਖਾ, ਉਹ ਅੱਗੇ ਲਾਹੌਰ ਤੱਕ ਪਹੁੰਚ ਗਿਆ ਆਪਣੀ ਸੈਨਾ ਨੂੰ ਲੈ ਕੇ। ਤੀਰ ਬਿਪਾਸਾ ਤੇ ਉੱਠ ਗਇਓ, ਲਾਪੁਰ ਵਿਖੇ ਪ੍ਰਵੇਸ਼ਨ ਗਇਓ। ਕਿ ਉਹ ਬਿਆਸ ਦਰਿਆ ਤੋਂ ਚੱਲ ਕੇ ਲਾਹੌਰ ਸ਼ਹਿਰ ਦੇ ਵਿੱਚ ਜਾ ਕੇ ਪ੍ਰਵੇਸ਼ ਹੋ ਗਿਆ ਦਾਰਸ਼ ਕੋ, ਸਣੇ ਆਪਣੀ 5000 ਫੌਜ ਦੇ। ਜਾਏ ਦੁਰਗ ਮੈਂ ਕੀਨਸ ਡੇਰਾ, ਦਰਬ ਜਵਾਹਰ ਜੇਤ ਕਹੇਰਾ। ਕਿਉਂਕਿ ਜਿਹੜਾ ਲਾਹੌਰ ਦੇ ਵਿੱਚ ਵੀ ਕਿਲ੍ਹਾ ਹੈ ਤੇ ਬਾਦਸ਼ਾਹ ਸ਼ਾਹਜਹਾਨ ਦਾ ਸੀ। ਇੱਥੇ ਬਾਦਸ਼ਾਹ ਸ਼ਾਹਜਹਾਨ ਦਾ ਚਾਰਾ ਪੁੱਤਰਾਂ ਵਿੱਚੋਂ ਹਜੇ ਤੱਕ ਕੋਈ ਵੀ ਨਹੀਂ ਸੀ ਪਹੁੰਚਿਆ। ਇਸ ਕਰਕੇ ਦਾਰਸ਼ ਕੋ ਨੂੰ ਉੱਥੇ ਕੋਈ ਕਬਜ਼ਾ ਕਰਨ ਦੀ ਬਹੁਤੀ ਲੋੜ ਨਹੀਂ ਪਈ। ਪਹੁੰਚਿਆ ਤੇ ਅੰਦਰ ਜਾ ਕੇ ਸਭ ਤੋਂ ਪਹਿਲੋਂ ਖਜ਼ਾਨਾ ਵੇਖਿਆ, ਜਿਹੜੇ ਹੀਰੇ ਮੋਤੀ ਜਵਾਹਰਲਾਤ ਅੰਦਰ ਸਨ ਉਹਨਾਂ ਨੂੰ ਸੰਭਿਆ। ਕੋਸ਼ ਵਿਖੇ ਤੇ ਸਭ ਨਿਕਸਾਇਵ, ਲੈ ਨਿਜ ਸੰਗੈ ਤਿਆਰ ਕਰਾਇਵ। ਜਾਂਦਿਆਂ ਸਭ ਤੋਂ ਪਹਿਲੋਂ ਖਜ਼ਾਨੇ ਦੇ ਵਿੱਚ ਧਨ ਮਾਲ ਸਾਰਾ ਕੱਢਿਆ, ਉਹਨੂੰ ਸੰਭਿਆ ਤੇ ਫਿਰ ਅੱਗੇ ਤਿਆਰੀ ਕਰ ਲਈ ਕਿ ਅਸੀਂ ਲਾਹੌਰ ਵਿੱਚ ਵੀ ਬਹੁਤਾ ਸਮਾਂ ਨਹੀਂ ਰੁਕ ਸਕਦੇ। ਕਿਤਕ ਕਾਲ ਤੈ ਹੈ ਕਿਨ ਮੁਕਾਮੂ, ਕਰਿਓ ਸੋ ਸ਼ਰਮ ਬਿਨ ਦਲ ਅਬਰਾਮੂ। ਕੁਝ ਸਮਾਂ ਕਹਿੰਦੇ ਲਾਹੌਰ ਦੇ ਕਿਲੇ ਵਿੱਚ ਉਹਨਾਂ ਨੇ ਬਸ ਜਿਹੜੀ ਥਕਾਵਟ ਸੀ ਉਹ ਦੂਰ ਕੀਤੀ, ਕੁਝ ਵਿਸ਼ਰਾਮ ਕੀਤਾ। ਕੋਸ਼ ਵਿਖੇ ਤੇ ਸਭ ਨਿਕਸਾਇਵ, ਨੌਰੰਗ ਕੋ ਲਸ਼ਕਰ ਜਬ ਆਵਾ। ਕਈ ਲਛ ਭੱਟ ਇਮ ਸੁਣ ਪਾਵਾ। ਹੁਣ ਆਰਾਮ ਤਾਂ ਕਰ ਲਿਆ, ਪਰ ਇੰਨੇ ਨੂੰ ਸੁਣਿਆ ਫਿਰ ਮਿਲ ਗਿਆ ਕਿ ਦਾਰਸ਼ ਕੋ ਔਰੰਗਜ਼ੇਬ ਦੀ ਜਿਹੜੀ ਫੌਜ ਸੀ, ਰਾਤ ਤੇ ਗੁਰੂ ਸਾਹਿਬ ਜੀ ਨੇ ਇੱਕ ਦਿਨ ਤੇ ਰੋਕ ਕੇ ਰੱਖੀ ਹੈ, ਪਰ ਅਗਲੇ ਦਿਨ ਬਿਆਸ ਦਰਿਆ ਨੂੰ ਪਾਰ ਕਰਕੇ ਲੱਖਾਂ ਦੀ ਗਿਣਤੀ ਵਿੱਚ ਫੌਜ ਲਾਹੌਰ ਨੂੰ ਆ ਰਹੀ ਹੈ। ਕੀਨ ਸਤਿਆਰੇ ਤੁਰਤ ਤਾਹਾਂ ਤੇ ਦਰਬ ਜਵਾਹਰ ਲੀਏ ਮਹਾਂ ਤੇ। ਬਸ ਜੋ ਕੁਝ ਖਜ਼ਾਨੇ ਸੀ ਉਹ ਨਾਲ ਲਿਆ। ਉਸੇ ਵੇਲੇ ਉਹ ਦਾਰਸ਼ ਕੋ ਨੇ ਉੱਥੋਂ ਲਾਹੌਰ ਤੋਂ ਅੱਗੇ ਤਿਆਰੀ ਕਰ ਦਿੱਤੀ। ਸੰਗ ਬਾਹਣੇ ਕੀਨਸ ਪਿਆਨਾ, ਚਲਿਓ ਪੰਥ ਜਹੈ ਪੁਰ ਮੁਲਤਾਨਾ। ਲਾਹੌਰ ਤੋਂ ਆਪਣੀ ਫੌਜ ਨੂੰ ਲੈ ਕੇ ਜਿਉਂ ਭੱਜਿਆ, ਇਹ ਮੁਲਤਾਨ ਤੱਕ ਫਿਰ ਬਹੁਤਾ ਰਾਹ ਦੇ ਵਿੱਚ ਰੁਕਿਆ ਨਹੀਂ, ਮੁਲਤਾਨ ਪਹੁੰਚ ਗਿਆ। ਕ੍ਰਮ ਕ੍ਰਮ ਕਰ ਉਲੰਘਿਓ ਸਭ ਦੇਸ਼, ਪਿਛੈ ਲਸ਼ਕਰ ਚਲਿਓ ਅਸ਼ੇਸ਼। ਕਿ ਕਦਮ ਦਰ ਕਦਮ ਸਾਰਾ ਇਲਾਕਾ ਲੰਘ ਗਿਆ, ਪਰ ਪਿੱਛੇ ਔਰੰਗਜ਼ੇਬ ਦਾ ਵੱਡਾ ਲਸ਼ਕਰ ਜਿਹੜਾ ਸੀ ਉਹ ਪਿੱਛਾ ਕਰਦਾ ਹੋਇਆ ਉੱਧਰ ਨੂੰ ਤੁਰਿਆ ਜਾ ਰਿਹਾ ਹੈ।
कई कोस सो चलते अगारे, नौरंग को दल परयो पिछारे। पर दारा शको छेती दे नाल अगे जा रहा सी। कई को अगे लंघ गया, दारा शको का जिहड़ा दल सी अगे लंघ गया, तो औरंगजेब का दल बहुत पिछे रह गया, पिछड़ गया। जाए परयो मुल्तान मझारा, दरब जवाहर लिए उदारा। हुण मुल्तान विच भी इन्हां दा किला है, बादशाह दे राज सारे पासे सन। जाके सब तो पहलों उत्थों का भी जिहड़ा खजाना है वो एक हिसाब दे नाल कह लिए कि लुटिया। खजाने नूं सांभिया, खजाने दे विचों जो कुछ सी बोरियां दे विच भरा लिया जी। कितक मकाम नगर तिस करके, चढ़ पुण चलियो शिगरता धर के। मुल्तान विच भी बहुता समा नहीं रुकिया, बस कुछ समा रुकिया जिहड़े घोड़े नूं दाणा पानी खाण दा समा मिल जे, थोड़ा जिहा उन्हां नूं आराम मिल जे, फौजां नूं आराम मिल जे। उतों का खजाना लिया तो छेती नाल अगे चाले पा दिते। कूच मुकाम निरंतर कीनो, टठे पत्थर को मग लीनो। इस तरह लगातार दारा शको अगे दी अगे कूच करता रहा। ठट्ठे पत्थर का इन्हें अगे रस्ता लिया कि ठट्ठे पत्थर पहुँचने। ज्यों ज्यों जाते अगारे, तायो त्यों त्यों कटक पिछे उमड़ायो। ये जिवें जिवें दारा शको अपनिया फौजां दे नाल अगे अगे नूं जा रहा है, उवें उवें नौरंगे दी फौज उहदा पिछा करती है। चलत चलत उलंघ्यो सब देश, तज दिल्ली को राज अशेष। दिल्ली का राज तो छड्डिया, बड़ी दूर रह गया। इन्हें लाहौर नूं भी छड्डिया, मुल्तान नूं भी छड्डिया, अगे होर जिथों तक इहदी वाह जाती सी अगे नूं भजदा रहा। भयो निरंतर रहो नह जाए, सैन अंश केले पुण समुदाए। बस निरंतर लगातार थोड़ा बहुत किते रुकदा, अपने सैना नूं लैके अगे दे अगे होर अगे जा रहा है। टट्ठे पत्थर ते रह परे, केतक मास बितावन करे। हुण ये टट्ठे पत्थर दे विच जाके रहन लग गया। ये टट्ठे पत्थर तक फौजां ने, औरंगजेब ने फौजां ने पीछा करना भी बंद कर दिता। कई महीने टट्ठे पत्थर दे विच इन्हें डेरा अपना रखिया। अपने राजसीम जह यही, तह नौरंग की सेना रही। क्योंकि औरंगजेब की सेना उतों तक पीछा उन्होंने किया जिथों तक उन्होंने राज की सीमा सी। सीमा हद खत्म हो गई, वो रुक गए, पर यह दारा शको सीमा टप के अगले पासे पहुँच गया, कह ली कि दूसरे देश में वड़ गया। अंतर कितक पाए तिस स्थान, बस्त पए निज देश महान। वो किन्ना सारा फर्क पा के, वित पा के कि इस टट्ठे पत्थर दे विच जाके रहन लग गए। पुन चढ़ गमण्यो दारश को, तितको दखण के दसो हो। कई महीने इत्थे रह के दारा शको दा इत्थे भी जिहड़ा मन नहीं लग्या। इत्थों दखण वाले पासे फिर होर अगे नूं चल पिया। पहुँचो जहाँ देश गुजरात, लूट कूट लेन सतह जात। उतों ज्यों चलिया इन्हें गुजरात वाले पासे मूँह किया, तो गुजरात पहुँच गया। राह दे विच भी लुट मार कर दे गया। लश्कर समुख जाए पुन होवा, दोहों दिस ते रिस केनस ढोवा। फिर उनके पिछों चल के शाही लश्कर के सामने भी आके डटिया। औरंगजेब के फौजां के सामने भी आया। दोवां पासों दे विच बहुत एक तरह की जंग भी हुई। तारण संगर रचो महाना, छुट्टे शस्त्र हथ पे पट प्राना। दोवां पासों लड़ाई हुई, जंग होया। दोवां पासों सूरमे जिहड़े ने वो मरे। भई लथेर पथेर कनेरे, गरजे तोपै तुपक बडेरे। क्योंकि दारा शको का इरादा ही सी कि मैं हमला करना नहीं, जे सामने टक्कर गए तो फिर गुरु साहब का हुक्म सी कि हार नहीं मननी, फिर मुकाबला करना है। और दारा शको ने फिर उस तरह मुकाबला किया। हनहे फेर कर तो मरतेशन, हला हलेरा न माचो भिखण। बंदूकां चलियां, नेजे बरसे चले, कट वड हुई।
ਲੈਥੈਂ ਜੂਬ ਪੋਥਾ ਨ ਪਾਈ, ਵਾਹਣ ਪਗਣ ਧੂਲ ਤੇ ਛਾਈ। ਲਾਥਾਂ ਜਿਹੜੀਆਂ ਲਾਸ਼ਾਂ ਦੇ ਉੱਤੇ ਲਾਸ਼ਾਂ ਡਿੱਗੀਆਂ ਨੇ, ਘੋੜੇ ਮਰੇ ਨੇ, ਮਿੱਟੇ ਘੱਟਾ ਜਿਹੜਾ ਉਹ ਲਹੂ ਦੇ ਨਾਲ ਚਿੱਕੜ ਬਣ ਗਿਆ। ਜਬ ਜਾਣਿਓ ਨ ਰੰਗ ਦਲ ਘਣੇ, ਜੁੱਧ ਕਰਨ ਇਨ ਸੋ ਨਹਿ ਬਣੇ। ਪਰ ਦਾਰਾ ਸ਼ਕੋਹ ਨੇ ਜੰਗ ਤੇ ਕੀਤੀ, ਪਰ ਇਹ ਸਮਝ ਲੱਗ ਗਈ ਕਿ ਮੇਰੀ ਸੈਨਾ ਤੇ ਫਿਰ ਵੀ 5000 ਹੀ ਹੈ। ਕੁਝ ਰਾਹ ਦੇ ਵਿੱਚੋਂ ਇਕੱਠੇ ਕੀਤੇ 10,000 ਹੋ ਗਈ, ਪਰ ਔਰੰਗਜ਼ੇਬ ਦੇ ਕੋਲ ਤੇ ਫੌਜਾਂ ਹੀ ਲੱਖਾਂ ਦੇ ਹਿਸਾਬ ਨਾਲ ਨੇ, ਤੇ ਲੱਖਾਂ ਦੇ ਹਿਸਾਬ ਨਾਲ ਕਦੋਂ ਤੱਕ ਜੰਗ ਕਰਾਂਗੇ। ਟਲ ਕਰ ਗਇਓ ਨਾ ਸਨਮੁਖ ਭਇਓ, ਫਰਕ ਸਾਤ ਨਿਜ ਡੇਰਾ ਕਇਓ। ਉੱਥੋਂ ਵੀ ਦਾਰਾ ਸ਼ਕੋਹ ਟਲ ਕੇ ਇੱਕ ਪਾਸੇ ਨੂੰ ਹੋ ਗਿਆ। ਕੁਝ ਫੌਜਾਂ ਨੂੰ ਛੱਡਿਆ ਕਿ ਤੁਸੀਂ ਰੋਕ ਕੇ ਰੱਖੋ, ਆਪ ਫਰਕ ਪਾ ਕੇ ਹੋਰ ਪਾਸੇ ਨੂੰ ਨਿਕਲ ਗਿਆ। ਕਵ ਸੰਤੋਖ ਸਿੰਘ ਇਸੇ ਪ੍ਰਕਾਰ, ਨੌਰੰਗ ਲੇਨਸ ਰਾਜ ਉਧਾਰ। ਕਵੀ ਸੰਤੋਖ ਸਿੰਘ ਜੀ ਇੱਥੇ ਅਧਿਆਇ ਨੂੰ ਖਤਮ ਕਰਦਿਆਂ ਹੋਏ ਲਿਖਦੇ ਨੇ ਕਿ ਇਸੇ ਤਰ੍ਹਾਂ ਨੌਰੰਗੇ ਨੇ ਵੱਡਾ ਰਾਜ ਜਿਹੜਾ ਸੀ ਆਪਣੇ ਕਬਜ਼ੇ ਵਿੱਚ ਲਿਆ ਹੈ। ਅਧਿਆਇ ਨੰਬਰ 19 ਇੱਥੋਂ ਸ਼ੁਰੂ ਕਰਦਿਆਂ ਹੋਏ ਲਿਖਦੇ ਨੇ, ਦੋਹਰਾ ਇਮ ਲਰਦਾਰ ਸ਼ਕੋਹ, ਬਹੁ ਜਿਤ ਮੈਂ ਕਰਿਓ ਵਿਚਾਰ। ਕੂਰ ਪਦਾਰਥ ਹੇਤ ਮੈਂ ਕਿਆ ਕਿਆ ਕੀਏ ਉਪਚਾਰ। ਦਾਰਾ ਸ਼ਕੋਹ ਨੇ ਕੁਝ ਸਮਾਂ ਲੜਾਈ ਕੀਤੀ, ਪਰ ਫਿਰ ਵਿਚਾਰ ਕੀਤੀ ਕਿ ਮੈਂ ਤੇ ਗੁਰੂ ਸਾਹਿਬ ਨੂੰ ਵੀ ਕਹਿ ਕੇ ਆਇਆ ਔਰ ਮੇਰਾ ਮੰਨਣਾ ਵੀ ਹੈ। ਇਹ ਸਾਰੇ ਕੂੜ ਪਦਾਰਥ ਨੇ ਜਿਹੜੇ ਮੈਂ ਹੀਰੇ ਮੋਤੀ ਕਿਲਿਆਂ ਦੇ ਵਿੱਚੋਂ ਚੁੱਕ ਲਿਆਇਆ, ਇਹ ਕਿਹੜਾ ਨਾਲ ਜਾਣੇ ਨੇ। ਜੇ ਰਾਜ ਭਾਗ ਨਹੀਂ ਜਾਣਾ ਤੇ ਹੀਰੇ ਮੋਤੀ ਕਿਹੜੇ ਨਾਲ ਜਾਣੇ ਨੇ। ਚੌਪੇ ਨੇਕੇ ਹੈ ਇਨ ਕੋ ਹਿਤ ਤਿਆਗਣ, ਬੁਰੋ ਬਹੁਤ ਜੁਤ ਜਤਨ ਅਰਾਧਨ। ਇਸ ਕਰਕੇ ਦਾਰਾ ਸ਼ਕੋਹ ਨੇ ਵਿਚਾਰ ਬਣਾਇਆ ਕਿ ਮੈਂ ਸਾਰਾ ਕੁਝ ਛੱਡ ਹੀ ਦੇਣਾ, ਨਾ ਫੌਜਾਂ ਰੱਖਣੀਆਂ ਨੇ, ਨਾ ਇਹ ਹੀਰੇ ਮੋਤੀ ਰੁਪਈਆ ਪੈਸਾ ਆਪਣੇ ਕੋਲ ਰੱਖਣਾ। ਕਰੇ ਉਪਾਵ ਹਾਥ ਨਹਿ ਆਵੈ, ਪਰਾ ਲਬਦ ਪਰ ਮਨ ਸੂ ਅਟਕਾਵੈ। ਕਿ ਯਤਨ ਕਰਨ ਦੇ ਨਾਲ ਵੀ ਜੇ ਭਾਗਾਂ ਦੇ ਵਿੱਚ ਹੋ ਨਾ ਹੋਵੇ ਤੇ ਕੋਈ ਹੱਥ ਨਹੀਂ ਆਉਂਦਾ, ਕੁਝ ਨਹੀਂ ਮਿਲਦਾ। ਪਰਾ ਲਬਦ ਪਰ ਮਨ ਸੂ ਅਟਕਾਵੈ। ਪਰ ਗੁਰੂ ਦੀ ਕਿਰਪਾ ਨਾਲ ਜੇ ਭਾਗ ਜਾਗੇ ਨੇ, ਮੈਂ ਤੇ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰਾਂ। ਸਤਿਆ ਆਤਮਾ ਕਰੋ ਵਿਚਾਰਨ, ਜੋ ਸਭ ਬੰਦ ਵਿਨਾਸ਼ਨ ਕਾਰਨ। ਹੁਣ ਇਹ ਚਾਹੁੰਦਾ ਹੈ ਕਿ ਮੈਂ ਸੱਚ ਆਤਮਾ ਦੇ ਉੱਤੇ ਆਪਣੀ ਵਿਚਾਰ ਨੂੰ, ਆਪਣੀ ਸੋਚ ਨੂੰ ਟਿਕਾ ਕੇ ਰੱਖਾਂ, ਜਿਨੇ ਮੈਨੂੰ ਬੰਧਨਾਂ ਤੋਂ ਮੁਕਤ ਕਰਨਾ ਹੈ। ਸਲਤਨਤ ਹਿਤ ਬਹੁ ਕਰੇ ਉਪਾਏ, ਪਰਾ ਲਬਦ ਬਿਨ ਕਿਮ ਕਰੇ ਆਏ। ਔਰ ਦਾਰਾ ਸ਼ਕੋਹ ਸੋਚਦਾ ਸੱਚ ਤੇ ਹੈ, ਭਾਵੇਂ ਮੈਂ ਕਹਿ ਤੇ ਆਇਆ ਕਿ ਮੈਨੂੰ ਰਾਜ ਭਾਗ ਚਾਹੀਦਾ ਹੀ ਨਹੀਂ। ਇਸ ਸਲਤਨਤ ਦੇ ਵਾਸਤੇ ਆਪਣੇ ਵੱਲੋਂ ਮੈਂ ਉਪਾਅ ਬਥੇਰੇ ਕਰ ਲੈਣੇ, ਪਰ ਜੇ ਭਾਗਾਂ ਵਿੱਚ ਨਹੀਂ ਤੇ ਹੱਥ ਹੋਣੀ ਵੀ ਨਹੀਂ, ਮਿਲਣੀ ਵੀ ਨਹੀਂ। ਅਬ ਨਿਰਵੈਰ ਹੋਏ ਮੈਂ ਫਿਰੋਂ, ਕਹਿ ਗਿਰ ਮੈਂ ਬਸ ਤਪ ਕੋ ਕਰੂੰ। ਦਾਰਾ ਸ਼ਕੋਹ ਨੇ ਵਿਚਾਰ ਬਣਾਈ ਕਿ ਮੈਂ ਹੁਣ ਦੁਸ਼ਮਣੀ ਛੱਡ ਕੇ, ਸੈਨਾ ਛੱਡ ਕੇ, ਡਰ ਤੋਂ ਰਹਿਤ ਹੋ ਕੇ ਪਹਾੜਾਂ ਵਿੱਚ ਭਾਵੇਂ ਜਾ ਕੇ ਰਹਿਣਾ ਪਾਵੇ, ਹੁਣ ਇਕੱਲੇ ਹੀ ਰਵਾਂਗਾ। ਇਹ ਨਿਸ਼ਚੈ ਕਰ ਸਭ ਕਿਛ ਤਿਆਗਾ, ਲਸ਼ਕਰ ਜਿਤਕ ਹੁਤੁਕ ਸੰਗ ਲਾਗਾ। ਬਸ ਐਸੇ ਵਿਚਾਰ ਬਣਾਈ, ਮਨ ਨੂੰ ਪੱਕਾ ਬਣਾ ਲਿਆ, ਸਾਰਾ ਕੁਛ ਔਰੰਗ ਜਿਹੜਾ ਦਾਰਾ ਸ਼ਕੋਹ ਹੈ ਉਹਨੇ ਛੱਡ ਦਿੱਤਾ। ਪਰ ਜਿੰਨੀਆਂ 5,000 ਦੇ ਨਾਲ ਫੌਜਾਂ ਸਨ, ਸਭਨ ਕੋ ਦੈ ਮੁਕਤਾ ਹੀਰ, ਕਰੇ ਵਿਸਰਜਨ ਭਲੀ ਸੁਬੀਰ। ਜੋ ਕੁਛ ਲਾਹੌਰ ਦੇ ਕਿਲੇ ਵਿੱਚੋਂ ਲਿਆਇਆ, ਮੁਲਤਾਨ ਦੇ ਕਿਲੇ ਵਿੱਚੋਂ ਲਿਆਇਆ, ਕੁਝ ਦਿੱਲੀ ਦੇ ਕਿਲੇ ਵਿੱਚੋਂ ਲੈ ਕੇ ਆਇਆ ਸੀ, ਉਹ ਸਾਰਾ ਕੁਝ ਹੀਰੇ ਮੋਤੀ ਰੁਪਈਆ ਪੈਸਾ, ਇਹ 5,000 ਜਿਹੜੇ ਫੌਜੀ ਸਨ, ਇਹਨਾਂ ਸਾਰਿਆਂ ਦੇ ਵਿੱਚੋਂ ਬਰਾਬਰ ਵੰਡ ਦਿੱਤਾ। ਤੇ ਇਹਨਾਂ ਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਵੀ ਤੁਸੀਂ ਵੀ ਆਪਣੇ ਘਰਾਂ ਨੂੰ ਜਾਓ, ਆਰਾਮ ਨਾਲ ਬਹਿ ਕੇ ਖਾਓ, ਔਰ ਮੈਨੂੰ ਵੀ ਤੁਹਾਡੀ ਲੋੜ ਨਹੀਂ। ਜਥਾ ਜੋਗ ਸਭ ਕੋ ਦੇ ਮੋਦ, ਦੀਏ ਖਿੰਡਾਏ ਚਾਰੋਂ ਕੋਦ। ਕਿ ਜਿਵੇਂ ਜਿਵੇਂ ਦੀ ਕਿਸੇ ਦੀ ਲੋੜ ਸੀ, ਸਭ ਨੂੰ ਇਹਨੇ ਖੁਸ਼ੀਆਂ ਦਿੱਤੀਆਂ ਜੀ। ਰੁਪਈਆ ਪੈਸਾ ਦੇ ਕੇ ਉਹਨਾਂ ਨੂੰ ਵਿਦਾ ਕੀਤਾ। ਏਕ ਨਫਰ ਕੋ ਰਾਖਿਓ ਸੰਗ, ਤਿਆਗੋ ਸ਼ਾਹ ਬੇਸ ਜੋ ਅੰਗ। ਬਸ ਦਾਰਾ ਸ਼ਕੋਹ ਨੇ ਸਿਰਫ ਇੱਕ ਨੌਕਰ ਆਪਣੀ ਸਹਾਇਤਾ ਵਾਸਤੇ ਆਪਣੇ ਨਾਲ ਰੱਖਿਆ।
बाकी जिन्नी फौज सी वो छड़ दिती, ਜਿਹੜਾ ਇਹਦਾ ਸੂਰਬੀਰ ਵਾਲਾ ਲਿਬਾਸ ਸੀ ਉਹ ਲਾ ਦਿੱਤਾ, ਸ਼ਸਤਰ ਇਹਨੇ ਛੱਡ ਦਿੱਤੇ। ਚਾਹੇ ਉਹ ਪਰਬਤ ਬਾਸੇ ਹੋਏ, ਭੋਗੇ ਪ੍ਰਲਬਧ ਤਨ ਜੋਏ। ਹੁਣ ਦਾਰਾ ਸ਼ਿਕੋ ਚਾਹੁੰਦਾ ਕਿ ਮੈਂ ਪਰਬਤਾਂ ਵਿੱਚ ਜਾ ਕੇ, ਪਹਾੜਾਂ ਵਿੱਚ ਜਾ ਕੇ ਰਵਾਂ, ਅਤੇ ਜਿਹੜੀ ਪ੍ਰਲਬਧ ਹੈ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਮੈਂ ਉਸ ਮੁਤਾਬਕ ਜਾ ਕੇ ਧਿਆਨ ਨੂੰ ਟਿਕਾਵਾਂ। ਚੱਲ ਬਹੁ ਦੇਸ਼ ਉਲੰਘਤ ਕਰਿਓ, ਆਨ ਉਪਾਦ ਵਿਖੇ ਪੁੰਨ ਬਰਿਓ। ਇਹ ਫਿਰ ਉੱਥੋਂ ਜਊ ਚੱਲਿਆ, ਸਾਰਾ ਇਲਾਕਾ ਪਾਰ ਕਰਕੇ ਲੰਘਿਆ, ਪਹਾੜੀ ਇਲਾਕਾ ਲੰਘਿਆ। ਇਹ ਜਿਹੜਾ ਫਿਰ ਆ ਕੇ ਪੁਆਧ ਜਿਹੜਾ ਇਲਾਕਾ ਹੈ ਉਹਦੇ ਵਿੱਚ ਆ ਕੇ ਦਾਖਲ ਹੋਇਆ। ਹੁਤੋਂ ਦਾਇਰਾ ਭਿਖਕ ਗ੍ਰਾਮ, ਉਤਰਿਓ ਤਾਹ ਕਰਨ ਵਿਸਰਾਮ। ਹੁਣ ਉੱਥੇ ਇੱਕ ਪਿੰਡ ਵੇਖ ਕੇ ਇਹਨੇ ਉਹਦੇ ਵਿੱਚ ਇੱਕ ਫਕੀਰ ਦਾ ਆਸ਼ਰਮ ਵੇਖਿਆ, ਡੇਰਾ ਦੇਖਿਆ। ਉਸ ਡੇਰੇ ਦੇ ਵਿੱਚ ਇਹਨੇ ਉਤਾਰਾ ਕੀਤਾ, ਕਿਉਂਕਿ ਇਕੱਲਾ ਸੀ, ਨਾਲ ਇਹਦੇ ਸਿਰਫ ਇੱਕ ਫੌਜੀ ਹੈ। ਅੱਗੇ ਤੱਕ ਦਾਰਾ ਸ਼ਿਕੋ ਦੇ ਨਾਲ ਕੀ ਕੁਛ ਬਣਨਾ ਹੈ, ਔਰੰਗਜ਼ੇਬ ਦੀ ਫੌਜ ਨੇ ਕਿਵੇਂ ਨੂੰ ਫੜਨਾ ਅਤੇ ਕਿਵੇਂ ਦਾ ਕਤਲ ਕਰਨਾ ਹੈ, ਇਹ ਸਾਰਾ ਰਹਿੰਦਾ ਪ੍ਰਸੰਗ ਅਗਲੇ ਦਿਨਾਂ ਵਿੱਚ ਆਪਾਂ ਵਿਚਾਰਾਂਗੇ। ਸਮੇਂ ਦੇ ਮੁਤਾਬਕ ਕਿਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਮਾਂ ਦੇ ਨਾਲ ਲਵਾਈਏ ਹਾਜ਼ਰੀ, ਫਿਰ ਸਮਾਪਤੀ ਹੈ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ,